तो गुरु गोविंद सिंह जी ने तो खुद गोविंद रामायण लिखी है। ਇੱਥੇ ਜਿਹੜਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਬੋਲੂਗਾ ਉਹ ਬਰਦਾਸ਼ਤ ਨਹੀਂ ਹੋਣਾ। ਉਸ ਦਿਨ ਅਸੀਂ ਨਰਿੰਦਰ ਮੋਦੀ ਨੂੰ ਜਿਹੜਾ ਗੈਰ ਸਿੱਖ ਵਿਅਕਤੀ ਹੈ ਜਿਹਨੂੰ ਸਾਡੇ ਧਰਮ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ, ਉਸ ਦਿਨ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਬਈ ਸਿੱਖ ਕੌਮ ਨਾਰਾਜ਼ ਹੈ, ਸਿੱਖ ਕੌਮ ਦਾ ਮਨ ਦੁਖਿਆ ਹੈ, ਤੁਸੀਂ ਇਹ ਸਿੱਖ ਕੌਮ ਤੋਂ ਮਾਫੀ ਮੰਗੋ। ਤੇ ਨਹੀਂ ਤਾਂ ਕਿ ਕਿਉਂ ਨਾ ਫਿਰ ਭਾਰਤੀ ਸੰਵਿਧਾਨ ਭਾਰਤੀ ਕਾਨੂੰਨ ਦੇ ਮੁਤਾਬਕ ਆਈਪੀਸੀ ਦੀ ਧਾਰਾ 295 ਏ ਦੇ ਮੁਤਾਬਕ ਅਸੀਂ ਉਸ ਵਿਅਕਤੀ ਦੇ ਵਿਰੁੱਧ ਜਿਹਨੂੰ ਕੋਈ ਪ੍ਰਧਾਨ ਮੰਤਰੀ ਮੰਨੇ, ਜਿਹਨੂੰ ਕੋਈ ਜੋ ਮਰਜ਼ੀ ਮੰਨੇ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਬਕ ਮੈਂ ਉਹਨੂੰ ਕਹਿਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਜੀ ਤੁਸੀਂ ਸਿੱਖ ਕੌਮ ਤੋਂ ਮਾਫੀ ਮੰਗੋ। ਤੁਹਾਨੂੰ ਮਾਫੀ ਮੰਗਣੀ ਪੈਣੀ ਹੈ। ਅਗਰ ਤੁਸੀਂ ਆਪਣੇ ਰੁਤਬੇ ਦੇ ਮਾਣ ਦੇ ਵਿੱਚ, ਅਗਰ ਤੁਸੀਂ ਆਪਣੇ ਹੰਕਾਰ ਦੇ ਵਿੱਚ, ਅਗਰ ਤੁਸੀਂ ਦੇਸ਼ ਦੇ ਰਾਜੇ ਦੇ ਮੁਤਾਬਕ ਤੁਸੀਂ ਇਹ ਗੱਲ ਨਹੀਂ ਕਰਦੇ, ਫਿਰ ਖਾਲਸਾ ਪੰਥ ਬਹੁਤ ਵੱਡਾ ਹੈ, ਖਾਲਸੇ ਪੰਥ ਦੀ ਬਹੁਤ ਵੱਡੀ ਪਾਵਰ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਬੱਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬੀਤੇ ਦਿਨੀ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਗੁਰੂ ਸਾਹਿਬਾਨਾਂ ਨੂੰ ਰਾਮ ਦੇ ਵੰਸ਼ਜ ਕਹਿਣ ਤੇ ਸਖਤ ਫੈਸਲਾ ਲੈਂਦੇ ਹੋਏ ਇਕਬਾਲ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਪੀਐਮ ਨਰਿੰਦਰ ਮੋਦੀ ਵੱਲੋਂ ਬਿਨਾਂ ਕੁਝ ਸੋਚੇ ਸਮਝੇ ਗੁਰੂ ਸਾਹਿਬ ਬਾਰੇ ਗਲਤ ਬਿਆਨਬਾਜ਼ੀ ਕਰਨ ਤੇ 15 ਦਿਨਾਂ ਦੇ ਅੰਦਰ ਪੂਰੀ ਦੁਨੀਆ 'ਚ ਵਸਦੇ ਸਿੱਖ ਜਗਤ ਤੋਂ ਮਾਫੀ ਮੰਗਣ ਲਈ ਕਿਹਾ ਸੀ। ਭਾਈ ਧਿਆਨ ਸਿੰਘ ਮੰਡ ਵੱਲੋਂ ਕਿਹਾ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੁਨੀਆ ਦੇ ਤਖਤਾਂ ਨਾਲੋਂ ਬਹੁਤ ਉੱਚਾ ਹੈ, ਇਸ ਦੀ ਮਹਾਨਤਾ ਬਹੁਤ ਵੱਡੀ ਹੈ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਇਸ ਤਖਤ ਸਾਹਮਣੇ ਦੁਨੀਆ ਦੇ ਕਿਸੇ ਵੀ ਤਖਤ ਦਾ ਰਾਜਾ ਕੋਈ ਮਾਇਨੇ ਨਹੀਂ ਰੱਖਦਾ। ਇਸ ਤਖਤ ਸਾਹਮਣੇ ਚਾਹੇ ਕੋਈ ਗਰੀਬ ਹੋਵੇ ਜਾਂ ਫਿਰ ਅਮੀਰ, ਜਾਂ ਫਿਰ ਕੋਈ ਆਮ ਹੋਵੇ ਜਾਂ ਫਿਰ ਕੋਈ ਖਾਸ, ਸਾਰੇ ਹੀ ਬਰਾਬਰ ਨਹੀਂ। ਭਾਈ ਧਿਆਨ ਸਿੰਘ ਮੰਡ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇ ਤੁਸੀਂ ਆਪਣੀ ਗਲਤੀ ਦੀ ਸਿੱਖ ਪੰਥ ਤੋਂ ਮਾਫੀ ਨਹੀਂ ਮੰਗਦੇ ਤਾਂ ਪੂਰੀ ਸਿੱਖ ਕੌਮ ਨੂੰ ਪੰਜੇ ਸਿੰਘ ਸਾਹਿਬਾਨ ਇਹ ਆਦੇਸ਼ ਕਰਨਗੇ ਕਿ ਕਿਉਂ ਨਾ ਫਿਰ ਭਾਰਤ ਦੇ ਸੰਵਿਧਾਨ, ਭਾਰਤ ਦੇ ਕਾਨੂੰਨ ਮੁਤਾਬਿਕ ਆਈਪੀਸੀ ਦੀ ਧਾਰਾ 295 ਏ ਦੇ ਮੁਤਾਬਿਕ ਉਸ ਵਿਅਕਤੀ ਦੇ ਵਿਰੁੱਧ ਜਿਹਨੂੰ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਸਮਝੇ ਜਾਂ ਫਿਰ ਕੁਝ ਵੀ ਸਮਝੇ, ਪਰ ਉਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਮੁਤਾਬਿਕ ਇੱਕ ਆਮ ਵਿਅਕਤੀ ਸਮਝਦੇ ਹੋਏ ਉਸ ਖਿਲਾਫ 27 ਤਰੀਕ ਨੂੰ ਫੈਸਲਾ ਲਵਾਂਗੇ। ਹੁਣ ਇੱਥੇ ਤੁਹਾਡੀ ਜਾਣਕਾਰੀ ਵਾਸਤੇ ਇਹ ਵੀ ਦੱਸ ਦਈਏ ਕਿ ਭਾਰਤੀ ਕਾਨੂੰਨ ਮੁਤਾਬਕ 295 ਏ ਧਾਰਾ ਕੀ ਹੈ ਅਤੇ ਇਸ ਦੇ ਮੁਤਾਬਕ ਕਿੰਨੀ ਸਜ਼ਾ ਹੋ ਸਕਦੀ ਹੈ। ਦੱਸ ਦਈਏ ਕਿ 1860 ਦੀ ਧਾਰਾ 295 ਏ ਦੇ ਮੁਤਾਬਕ ਉਹ ਅਪਰਾਧ ਮੰਨੇ ਜਾਂਦੇ ਹਨ ਜਿੱਥੇ ਕੋਈ ਯੂਰਪੀ ਵਿਅਕਤੀ ਭਾਰਤ ਦੇ ਨਾਗਰਿਕਾਂ ਦੇ ਕਿਸੇ ਵਰਗ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਨੇ ਅਤੇ ਉਸ ਵਰਗ ਦੇ ਧਰਮ ਜਾਂ ਧਰਮ ਦੇ ਵਿਸ਼ਵਾਸਾਂ ਦਾ ਅਪਮਾਨ ਕਰਦੇ ਨੇ ਜਾਂ ਫਿਰ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਅਪਮਾਨ ਸ਼ਬਦਾਂ ਨੂੰ ਬੋਲ ਕੇ ਜਾਂ ਸ਼ਬਦਾਂ ਨੂੰ ਲਿਖ ਕੇ ਜਾਂ ਇਸ਼ਾਰਿਆਂ ਨਾਲ ਜਾਂ ਦਿੱਖ ਪੇਸ਼ਕਾਰੀ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਧਾਰਾ ਦੇ ਮੁਤਾਬਕ ਇਹ ਵੀ ਜ਼ਰੂਰੀ ਹੈ ਕਿ ਇਹ ਅਪਮਾਨ ਜਾਣ-ਬੁੱਝ ਕੇ ਕੀਤਾ ਗਿਆ ਹੋਵੇ। ਧਾਰਾ 295 ਏ ਦੇ ਮੁਤਾਬਕ ਜਿਸ ਯੂਰਪੀ ਵਿਅਕਤੀ ਤੇ ਇਹ ਆਰੋਪ ਸਿੱਧ ਹੋ ਜਾਵੇ ਉਸ ਨੂੰ 3 ਸਾਲ ਦੀ ਕੈਦ ਜਾਂ ਫਿਰ ਜੁਰਮਾਨਾ ਜਾਂ ਫਿਰ ਇਹ ਦੋਨੇ ਹੀ ਹੋ ਸਕਦੇ ਨੇ। ਦੱਸ ਦਈਏ ਕਿ ਬੀਤੇ ਦਿਨੀ ਭਾਈ ਧਿਆਨ ਸਿੰਘ ਮੰਡ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਕਰਦੇ ਹੋਏ 27 ਤਰੀਕ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਤੁਸੀਂ ਪੂਰੀ ਸਿੱਖ ਕੌਮ ਤੋਂ ਆਪਣੀ ਗਲਤੀ ਦੀ ਮਾਫੀ ਮੰਗੋ, ਤੁਹਾਨੂੰ ਇਹ ਮਾਫੀ ਮੰਗਣੀ ਪੈਣੀ ਹੈ। ਇਸ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ ਵੱਲੋਂ ਕਿਹਾ ਗਿਆ ਸੀ ਕਿ ਅਗਰ ਤੁਸੀਂ ਆਪਣੇ ਰੁਤਬੇ ਦੇ ਮਾਣ ਦੇ ਵਿੱਚ, ਅਗਰ ਤੁਸੀਂ ਆਪਣੇ ਹੰਕਾਰ ਦੇ ਵਿੱਚ ਜਾਂ ਫਿਰ ਤੁਸੀਂ ਇੱਕ ਦੇਸ਼ ਦੇ ਰਾਜੇ ਹੋਣ ਦੀ ਟੌਰ ਦੇ ਵਿੱਚ ਸਿੱਖ ਕੌਮ ਤੋਂ ਮਾਫੀ ਨਹੀਂ ਮੰਗਦੇ, ਫਿਰ ਇਹ ਖਾਲਸਾ ਪੰਥ ਬਹੁਤ ਵੱਡਾ ਹੈ, ਇਸ ਖਾਲਸਾ ਪੰਥ ਦੀ ਬਹੁਤ ਵੱਡੀ ਪਾਵਰ ਹੈ। ਫਿਰ ਅਸੀਂ 27 ਤਰੀਕ ਨੂੰ ਦੱਸਾਂਗੇ ਕਿ ਇਹ ਖਾਲਸਾ ਪੰਥ ਕੀ ਕਰਦਾ ਹੈ ਜਾਂ ਇਹ ਕੀ ਕਰੂਗਾ। ਇਸ ਤੋਂ ਇਲਾਵਾ ਭਾਈ ਧਿਆਨ ਸਿੰਘ ਮੰਡ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇੱਕ ਗੈਰ ਸਿੱਖ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਪੰਥ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ। ਹੁਣ ਅੱਗੇ ਇਹ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮ ਕੋ ਮਾਫੀ ਮੰਗਦੇ ਆ ਜਾਂ ਫਿਰ ਨਹੀਂ। ਜੇ ਨਹੀਂ ਮੰਗਦੇ ਤਾਂ ਖਾਲਸਾ ਪੰਥ ਜਾਂ ਸਿੰਘ ਸਾਹਿਬਾਨ ਅੱਗੇ ਕੀ ਫੈਸਲਾ ਲੈਂਦੇ ਨੇ। ਪਿਛਲੇ ਦਿਨੀ ਅਸੀਂ ਇਸੇ ਜਗ੍ਹਾ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸੀਂ ਕਿਹਾ ਸੀ ਕਿ ਜਿਹੜਾ ਉਹਨੇ ਅਯੁੱਧਿਆ ਵਿਖੇ ਰਾਮ ਭੂਮੀ ਦੇ ਨਿਰਮਾਣ ਦੇ ਮੌਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਲੋਂ ਰਮਾਇਣ ਲਿਖੇ ਜਾਣ ਦੀ ਗੱਲ ਕਹੀ ਸੀ, ਉਸ ਦੇ ਨਾਲ ਸਾਰੀ ਸਿੱਖ ਕੌਮ ਦਾ ਜਿਹੜਾ ਮਨ ਉਹ ਬਹੁਤ ਦੁਖਿਆ ਸੀ। ਔਰ ਅਸੀਂ ਕਹਿ ਕੇ ਗਏ ਸੀ ਕਿ ਏਡੇ ਵੱਡੇ ਅਹੁਦੇ ਦੇ ਉੱਤੇ ਬੈਠ ਕੇ ਏਡੇ ਵੱਡੇ ਲੋਕਤੰਤਰ ਦਾ ਪ੍ਰਧਾਨ ਮੰਤਰੀ ਬਣ ਕੇ ਜਿਸ ਲੋਕਤੰਤਰ ਦੇ ਮੁਤਾਬਕ ਇੱਥੇ ਸਾਰੇ ਧਰਮਾਂ ਨੂੰ ਵਧਣ ਫੁੱਲਣ ਦੀ ਆਜ਼ਾਦੀ ਹੈ, ਪਰ ਪ੍ਰਧਾਨ ਮੰਤਰੀ ਨੇ ਬਗੈਰ ਸੋਚੇ ਸਮਝੇ ਉਹਨੇ ਜਿਹੜਾ ਇਹ ਬਹੁਤ ਵਿਵਾਦਿਤ ਬਿਆਨ ਦਿੱਤਾ ਹੈ
ਔਰ ਕੋਈ ਵੀ ਸਿੱਖ ਇਸ ਬਿਆਨ ਨੂੰ ਬਰਦਾਸ਼ਤ ਨਹੀਂ ਕਰਦਾ। ਏਡੇ ਵੱਡੇ ਅਹੁਦੇ ਉੱਤੇ ਬੈਠ ਕੇ ਕੋਈ ਗੈਰ ਸਿੱਖ ਬੰਦਾ, ਕੋਈ ਗੈਰ ਸਿੱਖ ਵਿਅਕਤੀ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦਾ, ਕਿਉਂਕਿ ਅਸੀਂ ਕਿਸੇ ਵੀ ਧਰਮ ਦੇ ਵਿੱਚ ਅਸੀਂ ਕਦੀ ਦਖਲ ਨਹੀਂ ਦਿੱਤਾ। ਜੇ ਕੋਈ ਸਾਨੂੰ ਯਾਦ ਕਰਦਾ ਹੈ ਅਸੀਂ ਫਿਰ ਉੱਥੇ ਜਾਂਦੇ ਹਾਂ, ਅਸੀਂ ਫੈਸਲਾ ਕਰਦੇ ਹਾਂ, ਫੈਸਲੇ ਵਿੱਚ ਬੈਠਦੇ ਹਾਂ। ਅਗਰ ਜੇ ਕੋਈ ਲੋੜ ਪਈ ਹੋਵੇ ਕਿਸੇ ਕੌਮ ਦੇ ਉੱਤੇ ਭੀੜ ਬਣੀ ਹੋਵੇ, ਕਿਸੇ ਧਰਮ ਦੇ ਉੱਤੇ ਭੀੜ ਬਣੀ ਹੋਵੇ, ਤੇ ਫਿਰ ਅਸੀਂ ਕੁਰਬਾਨੀ ਵੀ ਕਰਦੇ ਹਾਂ। ਅਸੀਂ ਸਾਰੀਆਂ ਕੌਮਾਂ ਦਾ, ਸਾਰਿਆਂ ਧਰਮਾਂ ਦਾ ਪੂਰਾ ਸਤਿਕਾਰ ਕਰਦੇ ਹਾਂ। ਪਰ ਇਹ ਮੇਰੇ ਸੱਜੇ ਪਾਸੇ ਛੇਵੇਂ ਪਾਤਸ਼ਾਹ ਦਾ ਪਾਤਸ਼ਾਹੀ ਤਖਤ ਹੈ, ਸ੍ਰੀ ਅਕਾਲ ਤਖਤ ਸਾਹਿਬ। ਇਹ ਤਖਤ ਜਿਹੜਾ ਹੈ ਇਹ ਦੁਨੀਆ ਦੇ ਤਖਤਾਂ ਨਾਲੋਂ ਬਹੁਤ ਜ਼ਿਆਦਾ ਉੱਚਾ ਹੈ। ਇਹਦੀ ਬੜੀ ਵੱਡੀ ਮਹਾਨਤਾ ਹੈ, ਇਹਦੀ ਬੜੀ ਉੱਚੀ ਸੁੱਚੀ ਮਰਜ਼ਾਦਾ ਹੈ। ਇੱਥੇ ਕੋਈ ਵੀ ਬੰਦਾ, ਕੋਈ ਵੀ ਵਿਅਕਤੀ ਭਾਵੇਂ ਉਹਨੂੰ ਸੇਵਾ ਮਿਲੀ ਹੋਵੇ, ਕਮੇਟੀ ਨੇ ਦਿੱਤੀ ਹੋਵੇ, ਉਹਨੂੰ ਸਰਬੱਤ ਖਾਲਸਾ ਨੇ ਸੇਵਾ ਦਿੱਤੀ ਹੋਵੇ ਜਥੇਦਾਰੀ ਦੀ, ਉਹ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ, ਉਹ ਕਿਸੇ ਦਾ ਪੱਖ ਨਹੀਂ ਪੂਰ ਸਕਦਾ। ਉਹ ਹਮੇਸ਼ਾ ਇਤਿਹਾਸ ਦੀ ਰੋਸ਼ਨੀ ਦੇ ਵਿੱਚ, ਗੁਰਮਤ ਦੀ ਰੋਸ਼ਨੀ ਦੇ ਵਿੱਚ ਆਪਣੇ ਫੈਸਲੇ ਲੈਂਦਾ ਹੈ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਥੇ ਸੇਵਾ ਦਾ ਮੌਕਾ ਦਿੱਤਾ ਹੈ। ਅੱਜ ਮੈਨੂੰ ਕੋਈ ਖਤਰਾ ਨਹੀਂ, ਮੈਨੂੰ ਕਿਸੇ ਤੋਂ ਕੋਈ ਡਰ ਨਹੀਂ, ਨਾ ਮੈਂ ਕਿਸੇ ਨੂੰ ਪੁੱਛਦਾ। ਮੈਂ ਪੁੱਛਦਾ ਆਪਣੇ ਗੁਰੂ ਤੋਂ, ਮੈਂ ਪੁੱਛਦਾ ਆਪਣੇ ਇਤਿਹਾਸ ਤੋਂ। ਇੱਥੇ ਜਿਹੜਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਬੋਲੂਗਾ ਉਹ ਬਰਦਾਸ਼ਤ ਨਹੀਂ ਹੋਣਾ। ਉਸ ਦਿਨ ਅਸੀਂ ਨਰਿੰਦਰ ਮੋਦੀ ਨੂੰ, ਜਿਹੜਾ ਗੈਰ ਸਿੱਖ ਵਿਅਕਤੀ ਹੈ, ਜਿਹਨੂੰ ਸਾਡੇ ਧਰਮ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ, ਉਸ ਦਿਨ ਕਿਹਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਬਈ ਸਿੱਖ ਕੌਮ ਨਾਰਾਜ਼ ਹੈ, ਸਿੱਖ ਕੌਮ ਦਾ ਮਨ ਦੁਖਿਆ ਹੈ, ਤੁਸੀਂ ਬਗੈਰ ਕਿਸੇ ਸਿਧਾਂਤ ਤੋਂ ਗੱਲ ਕੀਤੀ ਹੈ, ਤੁਸੀਂ ਇਹ ਸਿੱਖ ਕੌਮ ਤੋਂ ਮਾਫੀ ਮੰਗੋ, ਤੇ ਨਹੀਂ ਤਾਂ ਸਿੱਖ ਕੌਮ ਨੂੰ ਸਿੰਘ ਸਾਹਿਬਾਨ, ਜਿਹੜੇ 5 ਸਿੰਘ ਸਾਹਿਬਾਨ ਨੇ, ਉਹ ਫਿਰ ਆਦੇਸ਼ ਕਰਨਗੇ, ਉਹ ਹੁਕਮ ਕਰਨਗੇ ਕਿ ਕਿਉਂ ਨਾ ਫਿਰ ਭਾਰਤੀ ਸੰਵਿਧਾਨ, ਭਾਰਤੀ ਕਾਨੂੰਨ ਦੇ ਮੁਤਾਬਕ IPC ਦੀ ਧਾਰਾ 295 ਏ ਦੇ ਮੁਤਾਬਕ ਅਸੀਂ ਉਸ ਵਿਅਕਤੀ ਦੇ ਵਿਰੁੱਧ, ਜਿਹਨੂੰ ਕੋਈ ਪ੍ਰਧਾਨ ਮੰਤਰੀ ਮੰਨੇ, ਜਿਹਨੂੰ ਕੋਈ ਜੋ ਮਰਜ਼ੀ ਮੰਨੇ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਾਬਕ ਉਹ ਇੱਕ ਆਮ ਵਿਅਕਤੀ ਸਮਝਦੇ ਹੋਏ ਅਸੀਂ ਉਹਨੂੰ 27 ਤਰੀਕ ਨੂੰ, ਉਹ 15 ਦਿਨ ਦਾ ਟਾਈਮ ਸੀ, 27 ਤਰੀਕ ਨੂੰ ਉਹ ਫੈਸਲਾ ਲਵਾਂਗੇ। ਔਰ ਮੈਂ ਸਮੁੱਚੇ ਸਿੱਖ ਪੰਥ ਨੂੰ, ਦੁਨੀਆ ਵਿੱਚ ਵਸਦੇ ਨਾਮ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਕਿ ਦੇਖੋ, ਅੱਜ ਸਾਨੂੰ ਏਕਤਾ ਕਰਨ ਦੀ ਲੋੜ ਹੈ, ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਅੱਜ ਸਾਡੀਆਂ ਜਥੇਬੰਦੀਆਂ, ਸਾਡੀਆਂ ਸੰਪਰਦਾਵਾਂ, ਸਾਡੇ ਡੇਰੇ, ਸਾਡੇ ਰੁਤਬੇ, ਭਾਵੇਂ ਉਹ ਧਾਰਮਿਕ ਹੋਣ, ਭਾਵੇਂ ਉਹ ਸਿਆਸੀ ਹੋਣ, ਇਹ ਬਹੁਤ ਛੋਟੇ ਨੇ। ਜਦੋਂ ਕੋਈ ਸਿੱਖਾਂ ਦੀ ਪੱਗ ਨੂੰ ਹੱਥ ਪਾਉਂਦਾ ਹੈ, ਆ ਪਿੱਛੇ ਜੇ ਗੁਰੂ ਗ੍ਰੰਥ ਸਾਹਿਬ ਨੂੰ, ਸਾਡੇ ਗੁਰੂ ਨੂੰ ਹੱਥ ਪਾਇਆ, ਗਲੀਆਂ ਵਿੱਚ ਖਿਲਾਰਿਆ, ਹਾਲੇ ਤੱਕ ਸਿੱਖਾਂ ਨੂੰ ਉਹਦਾ ਵੀ ਇਨਸਾਫ ਨਹੀਂ ਮਿਲਿਆ। ਅੱਜ ਵੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ, ਸੇਵਾਦਾਰ ਹੋਣ ਦੇ ਨਾਤੇ ਮੈਂ ਨਰਿੰਦਰ ਮੋਦੀ ਨੂੰ, ਜਿਹਨੇ ਇਹ ਸਿੱਖ ਕੌਮ ਦਾ ਬਹੁਤ ਦਿਲ ਦਿਖਾਇਆ, ਮੈਂ ਉਹਨੂੰ ਕਹਿਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਜੀ, ਤੁਸੀਂ ਸਿੱਖ ਕੌਮ ਤੋਂ ਮਾਫੀ ਮੰਗੋ। ਤੁਹਾਨੂੰ ਮਾਫੀ ਮੰਗਣੀ ਪੈਣੀ ਹੈ। ਅਗਰ ਤੁਸੀਂ ਆਪਣੇ ਰੁਤਬੇ ਦੇ ਮਾਣ ਦੇ ਵਿੱਚ, ਅਗਰ ਤੁਸੀਂ ਆਪਣੇ ਹੰਕਾਰ ਦੇ ਵਿੱਚ, ਅਗਰ ਤੁਸੀਂ ਦੇਸ਼ ਦੇ ਰਾਜੇ ਦੇ ਮੁਤਾਬਕ ਤੁਸੀਂ ਇਹ ਗੱਲ ਨਹੀਂ ਕਰਦੇ, ਫਿਰ ਖਾਲਸਾ ਪੰਥ ਬਹੁਤ ਵੱਡਾ ਹੈ, ਖਾਲਸੇ ਪੰਥ ਦੀ ਬਹੁਤ ਵੱਡੀ ਪਾਵਰ ਹੈ। ਫਿਰ ਅਸੀਂ ਤੁਹਾਨੂੰ 27 ਤਰੀਕ ਨੂੰ ਦੱਸਾਂਗੇ ਕਿ ਖਾਲਸਾ ਪੰਥ ਕੀ ਕਰਦਾ ਜਾਂ ਕੀ ਕਰੂਗਾ।